Good evening, students. Good evening to all. ਕੱਲ ਵਾਲੇ ਟੌਪਿਕ ਤੋਂ ਆਪਾਂ ਅੱਜ ਅੱਗੇ ਚੱਲਾਂਗੇ। ਕੱਲ ਆਪਾਂ ਟੌਪਿਕ ਕੀਤਾ ਸੀ ਕਿ ਜਦੋਂ ਸਾਡੇ ਕੋਲ ਰਿਜ਼ਰਵ ਐਂਡ ਸਰਪਲਸ ਪਿਆ ਹੋਏ ਜਾਂ ਕਿਸੇ ਤਰ੍ਹਾਂ ਦਾ ਪ੍ਰੋਫਿਟ ਐਂਡ ਲੋਸ ਕਾਊਂਟ ਦਾ ਬੈਲੈਂਸ ਪਿਆ ਹੋਏ ਤਾਂ ਜਦੋਂ ਅਸੀਂ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਕਰਦੇ ਹਾਂ ਤਾਂ ਅਸੀਂ ਇਸ ਨੂੰ ਪਾਰਟਨਰ 'ਚ ਵੰਡ ਦਿੰਦੇ ਹਾਂ। ਉਹਦੇ ਨਾਲ ਕੁਐਸਚਨ ਵਿੱਚ ਦੋ ਚੀਜ਼ਾਂ ਸਮਝਣ ਵਾਲੀਆਂ ਨੇ। ਇੱਕ ਹੈ ਪ੍ਰੋਫਿਟ ਐਂਡ ਲੋਸ ਅਕਾਊਂਟ ਦਾ ਕ੍ਰੈਡਿਟ ਬੈਲੈਂਸ, ਇੱਕ ਹੈ ਪ੍ਰੋਫਿਟ ਐਂਡ ਲੋਸ ਦਾ ਡੈਬਿਟ ਬੈਲੈਂਸ, ਇੱਕ ਹੈ ਕੱਲਾ ਪ੍ਰੋਫਿਟ ਐਂਡ ਲੋਸ ਅਕਾਊਂਟ। ਬੇਟਾ ਜੀ ਨੋਟਬੁੱਕ ਲੈ ਕੇ ਬੈਠੋ, ਇਹ ਗੱਲ ਸਮਝਣ ਵਾਲੀ ਏ। ਆਉਣ ਵਾਲੇ ਚੈਪਟਰ ਦੇ ਵਿੱਚ ਇਹਨੇ ਸਾਨੂੰ ਕੰਮ ਦੇਣਾ ਹੈ, ਇਸ ਵਾਸਤੇ ਇਸ ਨੂੰ ਧਿਆਨ ਨਾਲ ਸਮਝੋ। ਜਦੋਂ ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਨਾਲ ਕ੍ਰੈਡਿਟ ਪਾਇਆ ਹੋਵੇ ਤਾਂ ਇਹ ਪ੍ਰੋਫਿਟ ਹੁੰਦਾ ਹੈ ਹਮੇਸ਼ਾ, ਆਲਵੇਜ਼। ਜੇ ਇਸ ਦੇ ਨਾਲ ਡੈਬਿਟ ਪਾਇਆ ਹੋਵੇ ਤਾਂ ਇਹ ਹਮੇਸ਼ਾ ਲੋਸ ਹੁੰਦਾ ਹੈ। ਜੇ ਕੁਝ ਨਾ ਪਾਇਆ ਹੋਵੇ ਤਾਂ ਫਿਰ ਵੀ ਪ੍ਰੋਫਿਟ ਹੁੰਦਾ ਹੈ। ਤੇ ਜਦੋਂ ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਨਾਲ ਡੈਬਿਟ ਪਾਇਆ ਹੋਵੇ ਤਾਂ ਇਹ ਸਾਨੂੰ ਹਮੇਸ਼ਾ ਬੈਲੈਂਸ ਸ਼ੀਟ ਦੀ ਐਸਟ ਸਾਈਡ ਦੇ ਨੀਚੇ ਦਿੱਤਾ ਹੁੰਦਾ ਹੈ, ਪ੍ਰੋਫਿਟ ਐਂਡ ਲੋਸ ਅਕਾਊਂਟ, ਜਿੰਨੀ ਵੀ ਅਮਾਊਂਟ ਹੋਏ। ਤੇ ਜਦੋਂ ਕ੍ਰੈਡਿਟ ਬੈਲੈਂਸ ਹੁੰਦਾ ਹੈ ਤਾਂ ਉਹ ਲਾਇਬਿਲਿਟੀ ਸਾਈਡ ਤੇ ਦਿੱਤਾ ਹੁੰਦਾ ਹੈ, ਪ੍ਰੋਫਿਟ ਐਂਡ ਲੋਸ ਅਕਾਊਂਟ ਦੀ। ਲਾਇਬਿਲਿਟੀ ਸਾਈਡ ਦਾ ਮਤਲਬ ਕ੍ਰੈਡਿਟ, ਕ੍ਰੈਡਿਟ ਦਾ ਮੀਨਿੰਗ ਪ੍ਰੋਫਿਟ, ਡੈਬਿਟ ਦਾ ਮਤਲਬ ਸਾਨੂੰ ਐਸਟ ਸਾਈਡ ਤੇ ਗਿਵਨ ਹੋਏਗਾ, ਇਹ ਹਮੇਸ਼ਾ ਕੀ ਹੁੰਦਾ ਹੈ ਜੀ, ਲੋਸ। ਇਹ ਹਮੇਸ਼ਾ ਕੀ ਹੁੰਦਾ ਹੈ, ਪ੍ਰੋਫਿਟ। ਤੇ ਜੇ ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਨਾਲ ਕੁਝ ਨਾ ਲਿਖਿਆ ਹੋਵੇ ਤਾਂ ਉਹ ਵੀ ਹਮੇਸ਼ਾ ਪ੍ਰੋਫਿਟ ਹੁੰਦਾ ਹੈ। ਇਸ ਗੱਲ ਦਾ ਅਸੀਂ ਧਿਆਨ ਰੱਖਣਾ ਹੈ। ਕੱਲ ਜਿਹੜਾ ਅਸੀਂ ਕੁਐਸਚਨ ਕੀਤਾ ਸੀ ਉਸ ਕੁਐਸਚਨ ਨੂੰ ਅਸੀਂ ਅੱਗੇ ਤੋਰਦੇ ਹੋਏ ਇਸ ਨੂੰ ਅੱਗੇ ਲਿਜਾ ਰਹੇ ਹਾਂ ਔਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਮੈਂ ਸਟੇਟਮੈਂਟ ਲਿਖ ਰਿਹਾ, ਤੁਸੀਂ ਜੇ ਨੋਟਬੁੱਕ ਨਿਕਾਲੀਆਂ ਨੇ ਤਾਂ ਬੇਟਾ ਜੀ ਨਾਲ ਨਾਲ ਲਿਖ ਲਓ। ਸਾਡੇ ਕੋਲ 3 ਪਾਰਟਨਰ ਨੇ X, Y ਤੇ Z। ਉਹਨਾਂ ਦੀ ਜਿਹੜੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਹੈ ਉਹ ਹੈ ਜੀ 2:3:5। ਇਟ ਮੀਨਸ ਇਹ ਕਿਹੜੀ ਰੇਸ਼ੋ ਹੋਗੀ, ਓਲਡ ਰੇਸ਼ੋ। ਅਗਲੇ ਸਾਲ ਤੋਂ, ਨਵੇਂ ਸਾਲ ਤੋਂ ਉਹ ਜਿਹੜੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਹੈ ਉਸ ਨੂੰ ਉਹ ਕੀ ਕਰਨਾ ਚਾਹੁੰਦੇ ਨੇ, ਨਵੇਂ ਸਾਲ ਤੋਂ ਆਪਦੀ ਉਹ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਜਿਹੜੀ ਉਸ ਨੂੰ ਚੇਂਜ ਕਰਨਾ ਚਾਹੁੰਦੇ ਹਨ। ਆਪਾਂ ਐਂ ਕਰਦੇ ਹਾਂ, ਇਹ ਵਾਲੀ ਨੂੰ ਆਪਾਂ ਮੰਨ ਲੈਂਦੇ ਹਾਂ ਨਿਊ ਤੇ ਉਸ ਨੂੰ ਲੈ ਲੈਂਦੇ ਹਾਂ ਓਲਡ। ਪਹਿਲਾਂ ਇਹ ਇਕੁਅਲੀ ਵੰਡ ਰਹੇ ਨੇ, ਪਹਿਲਾਂ ਇਹ ਪ੍ਰੋਫਿਟ ਨੂੰ ਇਕੁਅਲੀ ਵੰਡ ਰਹੇ ਨੇ। ਹੁਣ ਅਸੀਂ ਇਸ ਨੂੰ ਚੇਂਜ ਕਰਦੇ ਹਾਂ ਥੋੜ੍ਹਾ ਜਿਹਾ, ਅਸੀਂ ਇਸ ਨੂੰ ਨਿਊ ਲਿਖਦੇ ਹਾਂ, ਰਾਈਟ, ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਏ ਸਮਝਣ ਵਿੱਚ। ਅਸੀਂ ਇਸ ਨੂੰ ਨਿਊ ਰੇਸ਼ੋ, ਕਿਹੜੀ ਰੇਸ਼ੋ, ਨਿਊ ਰੇਸ਼ੋ। ਇਹ ਇਕੁਅਲੀ ਕਿਹੜੀ ਹੈ, ਓਲਡ ਰੇਸ਼ੋ, ਰਾਈਟ। ਹੁਣ ਜਦੋਂ ਉਹਨਾਂ ਨੇ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਕਰ ਲਈ ਤੇ ਉਹਨਾਂ ਕੋਲ ਇੱਕ ਰਿਜ਼ਰਵ ਪਿਆ ਹੈ ਪਿਆਰੇ ਵਿਦਿਆਰਥੀਓ। ਜਿਹੜਾ ਰਿਜ਼ਰਵ ਹੈ ਉਸ ਦਾ ਬੈਲੈਂਸ ਪਿਆ ਹੈ ਜੀ 1,20,000 ਰੁਪਇਆ। ਔਰ ਇਸ ਦੇ ਨਾਲ ਨਾਲ ਉਹਨਾਂ ਕੋਲ ਪ੍ਰੋਫਿਟ ਐਂਡ ਲੋਸ ਅਕਾਊਂਟ ਦਾ ਡੈਬਿਟ ਬੈਲੈਂਸ ਪਿਆ ਹੈ। ਡੈਬਿਟ ਬੈਲੈਂਸ ਕਿੰਨਾ ਹੈ, ਪ੍ਰੋਫਿਟ ਐਂਡ ਲੋਸ ਅਕਾਊਂਟ ਦਾ ਜਿਹੜਾ ਡੈਬਿਟ ਬੈਲੈਂਸ ਹੈ ਉਹ 60,000 ਰੁਪਇਆ ਹੈ, ਰਾਈਟ। ਤੇ ਗੁੱਡਵਿਲ ਆਫ ਦੀ ਫਰਮ ਵਾਜ਼ ਵੈਲਿਊਡ ਐਟ, goodwill of the firm was valued at 3,60,000। ਫਰਮ ਦੀ ਗੁੱਡਵਿਲ ਦੀ ਵੈਲਿਊ 3,60,000 ਪਾਏਗੀ। ਕਹਿੰਦਾ ਜਨਰਲ ਐਂਟਰੀਜ਼ ਕਰੋ। ਬੇਟਾ ਜੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਸੀਂ ਸਭ ਤੋਂ ਪਹਿਲਾਂ ਨਿਕਾਲਾਂਗੇ ਸੈਕਰੀਫਾਈਸ ਰੇਸ਼ੋ। ਸਾਡੇ ਕੋਲੇ X, Y ਐਂਡ Z, ਇਹਨਾਂ ਦੀ ਓਲਡ ਰੇਸ਼ੋ ਕਿੰਨੀ ਹੈ, 1:1:1। ਇਹਨਾਂ ਦੀ ਨਿਊ ਰੇਸ਼ੋ ਕਿੰਨੀ ਹੈ ਪਿਆਰੇ ਵਿਦਿਆਰਥੀਓ, 2:3:5। ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਹੁਣ ਸਾਡੇ ਕੋਲ ਓਲਡ ਵੀ ਦਿੱਤੀ ਹੋਈ ਹੈ ਔਰ ਸਾਡੇ ਕੋਲ ਨਿਊ ਰੇਸ਼ੋ ਵੀ ਗਿਵਨ ਹੈ। ਤਾਂ ਪਿਆਰੇ ਵਿਦਿਆਰਥੀਓ
ਅਸੀਂ ਕਰਾਂਗੇ ਕਿ ਅਸੀਂ ਹੁਣ ਇਸ ਦਾ ਸੈਕਰੀਫਾइस ਤੇ ਗੇਨ ਨਿਕਾਲਾਂਗੇ। ਕੀ ਨਿਕਾਲਾਂਗੇ? ਸੈਕਰੀਫाइस और गेन निकालांगे जी। सैक्रीफाइस और जो गेन निकालांगे डियर स्टूडेंट्स, तो एक्स का की निकलेगा? एक्स की ओल्ड आएगी 1/3, न्यू आएगी 2 3 5 ते 5 कितना बनया? आ 10 बनया टोटल, आ 3 बनया 2/10। एवें वाई का कितना बनेगा? 1/3 ना ते 3/10 राइट। एवें जेड का 1/3 ਤੇ 5/10। ਤਾਂ ਪਿਆਰੇ ਵਿਦਿਆਰਥੀਓ, ਜਦੋਂ ਅਸੀਂ ਇਸ ਨੂੰ ਸੋਲਵ ਕਰਾਂਗੇ ਤਾਂ ਸੋਲਵ ਕਰਦੇ ਸਮੇਂ ਅਸੀਂ ਕੀ ਲਿਖਾਂਗੇ? 10/6 upon 30 and 10/9 upon 30 and 10/15 upon 30। ਤਾਂ ਸਾਡੇ ਕੋਲ ਕੀ ਆਏਗਾ? ਤਾਂ ਪਿਆਰੇ ਵਿਦਿਆਰਥੀਓ, ਇਹ ਸਾਡੇ ਕੋਲ ਕੀ ਆਏਗਾ? ਤੁਹਾਨੂੰ ਆਵਾਜ਼ ਸਹੀ ਆ ਰਹੀ ਹੈ? ਇੱਕ ਵਾਰ ਮੈਨੂੰ ਮੈਸੇਜ ਦੇ ਦਿਓ, ਮੈਨੂੰ ਤਸੱਲੀ ਹੋ ਜਾਏ ਕਿ ਤੁਹਾਨੂੰ ਮੇਰਾ ਵੋਲੀਅਮ ਸਹੀ ਮਿਲ ਰਿਹਾ ਹੈ, ਮੇਰੀ ਆਵਾਜ਼ ਆਡੀਬਲ ਹੈ। ਐਮ ਆਈ ਆਡੀਬਲ ਔਰ ਨਾਟ? ਕਾਈਂਡਲੀ ਟੈਲ ਮੀ। ਔਰ ਕੀ ਸਕਰੀਨ ਵੀ ਤੁਹਾਨੂੰ ਦਿਖਾਈ ਦੇ ਰਹੀ ਹੈ? ਇੱਕ ਵਾਰ ਮੈਨੂੰ ਜ਼ਰੂਰ ਦੱਸ ਦਿਓ ਤਾਂ ਕਿ ਮੈਨੂੰ ਪਤਾ ਚੱਲ ਜੇ ਕਿ ਦਿਖਾਈ ਦੇ ਰਹੀ ਹੈ ਕਿ ਨਹੀਂ। बेटा जी एक काम होर करो, जल्दी जल्दी ना लाइव शेयर कर दिओ। तुहानूं शेयर करना आता है, तुसीं सारे सियाणे हो। एक बार जल्दी जल्दी शेयर कर दो, होर स्टूडेंट्स नूं इस बारे पता चल जाए। फास्ट जल्दी नाल इस नूं शेयर करो। स्टूडेंट्स इस क्वेश्चन नूं अगे चलाते हैं, तुहानूं ये डिफिकल्ट नहीं लगेगा, तुसीं ध्यान नाल सुनो और नोटबुक लैके बैठो। असीं इस नूं अगे जदों सॉल्व करांगे, ये बन जाएगा 4/30 पॉजिटिव आ गया, इट मीन्स ये बनेगा सैक्रीफाइस। नैक्सट बन गया 1/30, ये भी पॉजिटिव आया, ये भी बनेगा सैक्रीफाइस। इस तो बाद आ गया नैगेटिव 5/10, इट मीन्स ये बनेगा गेन। हुण असी इहदियां जरनल एंट्रीज करनियां ने। सब तो पहला असी गुडविल की जरनल एंट्री कर लैंदे हां। जे असी इहनूं गुडविल नाल मल्टीप्लाई करांगे तो की करांगे? असी की लिखांगे जी? 4/30 इंटू साडे कोल गुडविल कितनी है प्यारे विद्यार्थियों? 3,60,000 की। ध्यान नाल समझण की कोशिश करो, तुहाडे वास्ते नवीं चीज़ है। हो सकता है तुहानूं समझण विच इस नूं प्रॉब्लम आए, तो तुसीं ध्यान नाल, बड़े प्यार नाल, बड़े आराम नाल मैं समझाउण की कोशिश करांगा। अज तो बाद तुहाडे कोल नोटबुक्स का होना जरूरी है। जे तुहाडे कोल कापियां नहीं हैगियां, नोट्स बुक्स नहीं हैगियां, तो फिर आपां नूं इसका पढ़न का कोई फायदा नहीं हैगा जी। इस नूं कट्टण तो बाद ये साडे कोल 48,000 आ जाएगा। मैं इहनूं जरनल एंट्री दे विच ही कर दिंदा ताकि समझ आ जाए। जिहड़ा बंदा गेन करदा है उहनूं हमेशा डैबिट करीदा। तो की लिखांगे? जेड्स कैपिटल काउंट, ये पहला कर चुके हैं, ज़्यादा दसन की लोड़ नहीं। जेड्स कैपिटल काउंट डेबिट टू एक्स कैपिटल काउंट ते टू वाइज। पोस्ट ऑफ एस पाना है, इतने इज नहीं पा देना किधरे, ये पोस्ट ऑफ एस पाया है, आ पोस्ट ऑफ एस। एक्स कैपिटल काउंट ते टू वाइज कैपिटल काउंट। एक्स की अमाउंट कितनी बनेगी? 48,000। और एवें ही वाई की कैलकुलेट करांगे तो बनेगी 12,000। तो टोटल आ जाएगा जी 60,000। इनकी नरेशन च लिखांगे एडजस्टमेंट फॉर गुडविल। की लिखांगे? एडजस्टमेंट फॉर गुडविल। इस तो अगे आप कल एक गल कीती सी, क्लीयर कीता सी कि जेकर साडे कोल कोई प्रॉफिट होए, कोई रिजर्व होए, कोई प्रॉफिट एंड लॉस काउंट होए, वर्कमैन कंपनसेशन रिजर्व होए, IFR होए, तो उस नूं पार्टनर के कैपिटल काउंट दे विच वंड दिता जाता है। तो प्यारे विद्यार्थियों, इस नूं वंडण दे लई असी जरनल एंट्री की करांगे? असी लिखांगे जी जरनल रिजर्व अकाउंट डेबिट, जरनल रिजर्व अकाउंट डेबिट टू की लिखांगे? टू स्टूडेंट्स असी की लिखांगे? एक्स कैपिटल अकाउंट
to Y's capital account and to Z's capital account. Right now ਤਾਂ ਔਰ ਕਿਹੜੀ ਰੇਸ਼ੋ ਵਿੱਚ ਲਿਖਾਂਗੇ ਜੀ ਅਸੀਂ ਇਸ ਨੂੰ ਓਲਡ ਪਾਰਟਨਰ ਓਲਡ ਰੇਸ਼ੋ, ਤੇ ਓਲਡ ਰੇਸ਼ੋ ਇਹਨਾਂ ਦੀ ਪਿਆਰੇ ਵਿਦਿਆਰਥੀਓ ਇਕੁਅਲ ਹੈ। ਕੀ ਹੈ? ਇਕੁਅਲ ਹੈ। ਤੇ ਸਾਡੇ ਕੋਲ ਪ੍ਰੋਫਿਟ ਐਂਡ ਲੋਸ ਅਕਾਊਂਟ ਦਾ ਬੈਲੈਂਸ ਕਿੰਨਾ ਹੈ? 60,000। ਸੌਰੀ ਰਿਜ਼ਰਵ ਦਾ ਕਿੰਨਾ ਹੈ ਸਾਡੇ ਕੋਲ? 1,20,000। ਤਾਂ ਅਸੀਂ ਇਹ ਵਾਲੇ 1,20,000 ਨੂੰ ਕਿੱਦਾਂ ਵੰਡਾਂਗੇ ਜੀ? ਜਨਰਲ ਰਿਜ਼ਰਵ ਅਕਾਊਂਟ ਡੈਬਿਟ ਟੂ ਐਕਸ ਕੈਪੀਟਲ, ਟੂ ਵਾਈਜ਼ ਕੈਪੀਟਲ ਤੇ ਟੂ ਜ਼ੈਡਸ ਕੈਪੀਟਲ। ਤਾਂ 1,20,000 ਤਿੰਨਾਂ ਵਿੱਚ ਬਰਾਬਰ ਬਰਾਬਰ ਵੰਡਾਂਗੇ ਤਾਂ 40,000 ਈਚ ਆ ਜਾਏਗਾ। ਰਾਈਟ। ਮੇਰੇ ਕਹਿਣ ਦਾ ਭਾਵ ਕੀ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਜਦੋਂ ਵੀ ਸਟੇਟਮੈਂਟ ਦੇ ਵਿੱਚ ਕੋਈ ਪ੍ਰੋਫਿਟ ਦਿੱਤਾ ਹੋਏ, ਕੋਈ ਜਨਰਲ ਰਿਜ਼ਰਵ ਦਿੱਤਾ ਹੋਏ, ਵਰਕਮੈਨ ਕੰਪਨਸੇਸ਼ਨ ਰਿਜ਼ਰਵ ਦਿੱਤਾ ਹੋਏ, ਤਾਂ ਉਹ ਪਾਰਟਨਰ ਦੇ ਵਿੱਚ ਵੰਡ ਦੇਣਾ ਹੁੰਦਾ ਹੈ। ਵੰਡਣ ਦੇ ਲਈ ਪਾਰਟਨਰ ਨੂੰ ਫਾਇਦਾ ਦੇਣ ਲਈ ਪਾਰਟਨਰ ਦੇ ਅਕਾਊਂਟ ਨੂੰ ਕ੍ਰੈਡਿਟ ਕੀਤਾ ਜਾਂਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ। ਤੇ ਪਾਰਟਨਰਸ ਦੇ ਕੋਲੋਂ ਜਦੋਂ ਰਾਈਟ ਆਫ ਕਰਨਾ ਹੋਏ ਤਾਂ ਉਦੋਂ ਪਾਰਟਨਰ ਦੇ ਕੈਪੀਟਲ ਅਕਾਊਂਟ ਨੂੰ ਡੈਬਿਟ ਕੀਤਾ ਜਾਂਦਾ ਹੈ। ਹੁਣ ਪ੍ਰੋਫਿਟ ਐਂਡ ਲੋਸ ਅਕਾਊਂਟ ਦਾ ਡੈਬਿਟ ਬੈਲੈਂਸ ਹੈ। ਡੈਬਿਟ ਦਾ ਮਤਲਬ ਲੋਸ ਨੂੰ ਹਮੇਸ਼ਾ ਕੀ ਕਰਨਾ ਹੈ? ਰਿਟਰਨ ਆਫ। ਡੈਬਿਟ ਵਾਲੀਆਂ ਚੀਜ਼ਾਂ ਨੂੰ, ਲੋਸ ਨੂੰ ਕੀ ਕਰਨਾ ਹੁੰਦਾ ਹੈ? ਰਿਟਰਨ ਆਫ। ਪ੍ਰੋਫਿਟ ਨੂੰ ਕੀ ਕਰਨਾ ਹੁੰਦਾ ਹੈ? ਡਿਸਟ੍ਰੀਬਿਊਟ। ਦੋਨਾਂ ਲਈ ਅਲੱਗ-ਅਲੱਗ ਵਰਡ ਯੂਜ਼ ਕਰਨੇ ਨੇ ਬੇਟਾ ਜੀ। ਇਹਨੂੰ ਕੀ ਕਰਨਾ ਹੈ? ਡਿਸਟ੍ਰੀਬਿਊਟ, ਵੰਡਣਾ ਹੈ। ਉਹਨੂੰ ਕੀ ਕਰਨਾ ਹੈ? ਰਾਈਟ ਆਫ, ਖਤਮ ਕਰਨਾ ਹੈ। ਤਾਂ ਜਦੋਂ ਕਿਸੇ ਚੀਜ਼ ਨੂੰ ਖਤਮ ਕਰਨਾ ਹੋਵੇ ਤੇ ਪਾਰਟਨਰ ਦੇ ਕੈਪੀਟਲ ਅਕਾਊਂਟ ਨੂੰ ਡੈਬਿਟ ਕਰੀਦਾ। ਤੇ ਲਿਖਾਂਗੇ ਐਕਸ ਕੈਪੀਟਲ ਅਕਾਊਂਟ ਡੈਬਿਟ, ਵਾਈਜ਼ ਕੈਪੀਟਲ ਅਕਾਊਂਟ ਡੈਬਿਟ। ਬੇਟਾ ਜੀ ਹੋ ਸਕਦਾ ਹੈ ਤੁਹਾਨੂੰ ਇਹ ਡਿਫੀਕਲਟ ਲੱਗ ਰਿਹਾ ਹੋਵੇ, ਮੈਂ ਹਰ ਰੋਜ਼ ਇਹਦੇ ਨਾਲ ਦੇ ਕਰਾਵਾਂਗਾ। ਤੁਸੀਂ ਦਿਲ ਨਹੀਂ ਛੱਡਣਾ, ਤੁਸੀਂ ਸਿਰਫ ਇੱਕ ਨੋਟਬੁੱਕ ਲੈ ਕੇ ਬੈਠਣਾ ਹੈ ਤੇ ਜਲਦੀ ਜਲਦੀ ਆਦੀਆਂ ਬੁੱਕਸ ਵੀ ਖਰੀਦ ਲਓ। ਤੁਸੀਂ ਅਜੇ ਬੁੱਕਸ ਖਰੀਦ ਨਹੀਂ ਰਹੇ। ਟੂ ਪ੍ਰੋਫਿਟ ਐਂਡ ਲੋਸ ਅਕਾਊਂਟ। ਹੁਣ ਟੂ ਪ੍ਰੋਫਿਟ ਐਂਡ ਲੋਸ ਅਕਾਊਂਟ ਕਿੰਨਾ ਹੈ? 60,000। ਤਾਂ ਓਲਡ ਰੇਸ਼ੋ ਵਿੱਚ ਬਰਾਬਰ ਬਰਾਬਰ ਵੰਡਾਂਗੇ, ਤੀਜਾ ਹਿੱਸਾ ਤਾਂ ਕਿੰਨਾ ਆ ਜਾਏਗਾ? 20,000 ਬਸ। ਤੇ ਅਸੀਂ ਇਸ ਨੂੰ ਲਿਖਾਂਗੇ ਕੀ? ਇਹਨੂੰ ਲਿਖਾਂਗੇ ਡੈਬਿਟ ਬੈਲੈਂਸ ਆਫ ਪ੍ਰੋਫਿਟ ਐਂਡ ਲੋਸ ਅਕਾਊਂਟ ਰਿਟਰਨ ਆਫ। ਬਸ ਸਾਡੀ ਐਂਟਰੀ ਹੋ ਗਈ। ਹੁਣ ਇਸ ਕੁਐਸਚਨ ਤੋਂ ਅਸੀਂ ਕੀ ਸਿੱਖਣ ਦੀ ਕੋਸ਼ਿਸ਼ ਕੀਤੀ? ਅਸੀਂ ਕੀ ਸਮਝਿਆ? ਅਸੀਂ ਇੱਕੋ ਇੱਕ ਚੀਜ਼ ਸਮਝੀ ਕਿ ਜੇਕਰ ਸਾਡੇ ਕੋਲ ਕੋਈ ਪ੍ਰੋਫਿਟ ਦਿੱਤਾ ਹੋਏ, ਉਹ ਰਿਜ਼ਰਵ ਦਿੱਤਾ ਹੋਵੇ, ਪ੍ਰੋਫਿਟ ਐਂਡ ਲੋਸ ਅਕਾਊਂਟ ਦਿੱਤਾ ਹੋਵੇ, ਵਰਕਮੈਨ ਕੰਪਨਸੇਸ਼ਨ ਰਿਜ਼ਰਵ ਦਿੱਤਾ ਹੋਏ, ਤਾਂ ਉਸ ਨੂੰ ਓਲਡ ਰੇਸ਼ੋ ਦਾ ਫਾਰਮੂਲਾ ਲਾਉਂਦੇ ਹੋਏ ਉਹਨਾਂ ਦੇ ਖਾਤਿਆਂ ਵਿੱਚ ਕ੍ਰੈਡਿਟ ਕਰਨਾ ਹੁੰਦਾ ਹੈ। ਕਿਸੇ ਦੇ ਖਾਤੇ ਵਿੱਚ ਕ੍ਰੈਡਿਟ ਜਦੋਂ ਕਰਨਾ ਹੁੰਦਾ ਹੈ ਤਾਂ ਉਸ ਨੂੰ ਫਾਇਦਾ ਦੇਣਾ ਹੁੰਦਾ ਹੈ, ਕਿਉਂਕਿ ਇਹ ਸਾਡਾ ਪ੍ਰੋਫਿਟ ਵਿੱਚੋਂ ਬਣਾਇਆ ਗਿਆ ਜਨਰਲ ਰਿਜ਼ਰਵ ਹੈ। ਇਸ ਵਾਸਤੇ ਅਸੀਂ ਇਹਨਾਂ ਦੇ ਖਾਤਿਆਂ 'ਚ ਕ੍ਰੈਡਿਟ ਕਰਤਾ, ਇਹਨਾਂ ਨੂੰ ਫਾਇਦਾ ਦਿੱਤਾ। ਲੇਕਿਨ ਪ੍ਰੋਫਿਟ ਐਂਡ ਲੋਸ ਅਕਾਊਂਟ ਹੈ ਜਿਹੜਾ, ਇਹ ਸਾਡਾ ਇੱਕ ਲੋਸ ਹੈ ਤਾਂ ਇਸ ਨੂੰ ਰਿਟਰਨ ਆਫ ਕਰਨਾ ਹੈ। ਜਦੋਂ ਵੀ ਕਿਸੇ ਚੀਜ਼ ਨੂੰ ਰਿਟਰਨ ਆਫ ਕਰਨਾ ਹੋਵੇ ਤਾਂ ਉਦੋਂ ਪਾਰਟਨਰ ਦੇ ਕੈਪੀਟਲ ਅਕਾਊਂਟ ਨੂੰ ਡੈਬਿਟ ਕੀਤਾ ਜਾਂਦਾ ਹੈ। ਤਾਂ ਮੈਂ ਉਮੀਦ ਕਰਦਾ ਕਿ ਤੁਹਾਨੂੰ ਥੋੜਾ ਸਮਝ ਆ ਗਿਆ। ਮੈਂ ਕੱਲ੍ਹ ਵੀ ਸਮਝਾਇਆ ਸੀ, ਮੈਂ ਇਸ ਤੋਂ ਅੱਗੇ ਤੁਹਾਨੂੰ ਹੁਣ ਸਮਝਾਉਣਾ ਨਹੀਂ। ਇਹ ਨਾ ਹੋਏ ਕਿ ਤੁਹਾਨੂੰ ਇਹ ਬੜਾ ਡਿਫੀਕਲਟ ਲੱਗਣ ਲੱਗ ਪਏ ਔਰ ਤੁਹਾਨੂੰ ਲੱਗੇ ਕਿ ਚੈਪਟਰ ਬੜਾ ਔਖਾ ਹੈ। ਬੜਾ ਹੀ ਸੌਖਾ ਹੈ। ਤੁਸੀਂ ਇੱਕੋ ਗੱਲ ਪੱਲੇ ਬੰਨ੍ਹ ਲਓ ਕਿ ਜੇਕਰ ਪ੍ਰੋਫਿਟ ਐਂਡ ਲੋਸ ਅਕਾਊਂਟ ਦਾ ਕ੍ਰੈਡਿਟ ਬੈਲੈਂਸ ਦਿੱਤਾ ਹੋਏ, ਜਨਰਲ ਰਿਜ਼ਰਵ ਦਿੱਤਾ ਹੋਏ, ਵਰਕਮੈਨ ਕੰਪਨਸੇਸ਼ਨ ਰਿਜ਼ਰਵ ਦਿੱਤਾ ਹੋਏ, IFR ਦਿੱਤਾ ਹੋਏ, ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ, ਇਹਨੂੰ ਵਧੇਰੇ ਪੜ੍ਹਨ ਲਈ ਕੱਲ੍ਹ ਵਾਲਾ ਲੈਕਚਰ ਜ਼ਰੂਰ ਸੁਣ ਲੈਣਾ, ਠੀਕ ਹੈ। ਤਾਂ ਇਹ ਸਾਰੇ ਪ੍ਰੋਫਿਟ ਵਿੱਚੋਂ ਕ੍ਰੀਏਟ ਹੁੰਦੇ ਨੇ ਔਰ ਇਹਨਾਂ ਨੂੰ ਪਾਰਟਨਰ ਦੇ ਕੈਪੀਟਲ ਅਕਾਊਂਟ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਂਦਾ ਹੈ। ਜਦੋਂ ਪ੍ਰੋਫਿਟ ਵੰਡੇ ਜਾਂਦੇ ਨੇ ਉਹਨਾਂ ਨੂੰ ਡਿਸਟ੍ਰੀਬਿਊਟ ਕੀਤਾ ਜਾਂਦਾ ਹੈ। ਲੇਕਿਨ ਜਦੋਂ ਕੋਈ ਲੋਸ ਹੁੰਦਾ ਹੈ, ਜਿਵੇਂ ਪ੍ਰੋਫਿਟ ਐਂਡ ਲੋਸ ਅਕਾਊਂਟ ਦਾ ਡੈਬਿਟ ਬੈਲੈਂਸ ਹੈ, ਤਾਂ ਅਸੀਂ ਉਸ ਲੋਸ ਨੂੰ ਪਿਆਰੇ ਵਿਦਿਆਰਥੀਓ ਕੀ ਕਰਦੇ ਆ? ਰਾਈਟ ਆਫ, ਰਿਟਰਨ ਆਫ ਕਰਦੇ ਆ। ਜਦੋਂ ਕਿਸੇ ਚੀਜ਼ ਨੂੰ ਰਿਟਰਨ ਆਫ ਕਰਦਾ ਹੋਏ, ਉਹ ਚਾਹੇ ਐਡਵਰਟਾਈਜ਼ਮੈਂਟ ਸਸਪੈਂਸ ਅਕਾਊਂਟ ਹੋਏ, ਉਹ ਚਾਹੇ ਪ੍ਰੋਫਿਟ ਐਂਡ ਲੋਸ ਅਕਾਊਂਟ ਦਾ ਡੈਬਿਟ ਬੈਲੈਂਸ ਹੋਏ, ਤਾਂ ਉਦੋਂ ਪਾਰਟਨਰ ਦੇ ਕੈਪੀਟਲ ਅਕਾਊਂਟ ਨੂੰ ਡੈਬਿਟ ਕੀਤਾ ਜਾਂਦਾ ਹੈ ਤੇ ਟੂ ਕੰਸਰਨਡ ਲਿਖਿਆ ਜਾਂਦਾ ਹੈ, ਚਾਹੇ ਪ੍ਰੋਫਿਟ ਐਂਡ ਲੋਸ ਅਕਾਊਂਟ ਦਾ ਡੈਬਿਟ ਬੈਲੈਂਸ ਹੋਏ, ਚਾਹੇ ਐਡਵਰਟਾਈਜ਼ਮੈਂਟ ਸਸਪੈਂਸ ਅਕਾਊਂਟ ਹੋਏ, ਜਿਹੜਾ ਕਿ ਅਸੀਂ ਕੱਲ੍ਹ ਕੀਤਾ ਸੀ। ਰਹੀ ਗੱਲ ਗੁੱਡਵਿਲ ਦੀ, ਗੁੱਡਵਿਲ ਬਾਰੇ ਅਸੀਂ ਪਿੱਛੇ ਕਰ ਹੀ ਚੁੱਕੇ ਹਾਂ ਕਿ ਜਿਹੜਾ ਪਾਰਟਨਰ ਗੇਨ ਕਰਦਾ ਹੈ ਉਸ ਨੂੰ ਡੈਬਿਟ ਕਰੀਦਾ, ਜਿਹੜਾ ਸੈਕਰੀਫਾਈਸ ਕਰਦਾ ਉਸ ਨੂੰ ਕ੍ਰੈਡਿਟ ਕਰੀਦਾ, ਅਸੀਂ ਪਿੱਛੇ ਸਿੱਖ ਚੁੱਕੇ ਹਾਂ। ਵਨ ਮੋਰ,
ਜੇ ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਨਾਲ ਕ੍ਰੈਡਿਟ ਲਿਖਿਆ ਹੋਏ ਤਾਂ ਉਹ ਹਮੇਸ਼ਾ ਪ੍ਰੋਫਿਟ ਹੁੰਦਾ ਹੈ, ਤੇ ਜੇ ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਨਾਲ ਵਰਡ ਡੈਬਿਟ ਪਾਇਆ ਹੋਏ ਤਾਂ ਪਿਆਰੇ ਵਿਦਿਆਰਥੀਓ ਉਹ ਆਲਵੇਜ਼ ਲਾਸ ਹੁੰਦਾ ਹੈ। ਮੈਂ ਉਮੀਦ ਕਰਦਾ ਤੁਸੀਂ ਥੋੜਾ ਜਿਹਾ ਅੱਜ ਭਾਵੇਂ ਸਿੱਖ ਲਿਆ, ਤੁਹਾਨੂੰ ਸਮਝ ਆ ਗਈ ਹੋਣੀ ਹੈ। ਇਹਦੇ ਨਾਲ ਦਾ ਮੈਂ ਕੱਲ ਤੁਹਾਨੂੰ ਹੋਰ ਟੌਪਿਕ ਕਰਾਵਾਂਗਾ, ਫਿਰ ਤੁਹਾਨੂੰ ਵਧੇਰੇ ਸਮਝ ਆ ਜਾਏਗੀ। ਤੁਸੀਂ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਨਾਲੋਂ ਨਾਲ ਲਾਈਕ ਜ਼ਰੂਰ ਕਰਿਆ ਕਰੋ, ਹੁਣੇ ਹੁਣੇ ਲਾਈਕ ਕਰੋ, ਜਾਵਾ ਜਲਦੀ ਕਰੋ, ਲਾਈਕ ਕਰ ਦਿਓ। ਔਰ ਜਿਹੜੇ ਨਵੇਂ ਸਟੂਡੈਂਟਸ ਆਏ ਨੇ ਉਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓਜ਼ ਮਿਲਦੇ ਰਹਿਣ। ਤੁਸੀਂ ਇਸ ਸਾਰੇ ਦੇ ਸਾਰੇ ਅੱਜ ਦੇ ਲੈਕਚਰ ਨੂੰ ਆਦਿ ਦੇ ਉੱਪਰ ਜ਼ਰੂਰ ਲਿਖਣਾ ਹੈ ਤਾਂ ਕਿ ਤੁਹਾਨੂੰ ਕੱਲ੍ਹ ਲੈਕਚਰ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਏ। ਜਿਨ੍ਹਾਂ ਨੇ ਮੇਰਾ ਇਹ ਲੈਕਚਰ ਅਟੈਂਡ ਕੀਤਾ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ। ਕੱਲ੍ਹ ਦੁਬਾਰਾ ਫਿਰ ਮਿਲਾਂਗੇ, ਤਦ ਤੱਕ ਜੈ ਹਿੰਦ।